ਸਤਿ ਸ਼੍ਰੀ ਅਕਾਲ ਜੀ। ਕਿਤਾਬ ਸੁਖਨ ਸੁਨੇਹੇ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਲੰਘ ਆਓ ਬੂਹਾ ਖੁੱਲ੍ਹਾ ਹੈ। ਜਿਹੜਾ ਵਿਅਕਤੀ ਘੋਰ ਨਿਰਾਸ਼ਾ ਵਿੱਚ ਵੀ ਚਾਨਣ ਦਾ ਸੁਪਨਾ ਲੈ ਸਕਦਾ ਹੋਵੇ, ਉਸ ਦੀ ਜ਼ਿੰਦਗੀ ਵਿੱਚ ਕਦੇ ਵੀ ਮੱਸਿਆ ਨਹੀਂ ਹੋ ਸਕਦੀ। ਅਜਿਹੇ ਵਿਅਕਤੀ ਦੀ ਜ਼ਿੰਦਗੀ ਵਿੱਚ ਜਦੋਂ ਵੀ ਕਿਧਰੇ ਮੱਸਿਆ ਆ ਜਾਵੇ, ਉਸ ਰਾਤ ਉਹ ਦੀਵੇ ਬਾਲ ਕੇ ਉਸ ਨੂੰ ਦੀਵਾਲੀ ਦਾ ਤਿਉਹਾਰ ਬਣਾ ਲਵੇਗਾ। ਜਿਨ੍ਹਾਂ ਦੇ ਅੰਦਰ ਚਾਨਣਾ ਹੁੰਦਾ ਹੈ, ਉਹ ਗੁਨਾਹਾਂ ਦੇ ਭਰੇ ਪੰਡਾਲ ਵਿੱਚ ਵੀ ਆਸ਼ਕ ਦੀ ਅੱਖ ਵਾਂਗ ਚਮਕਦੇ ਹਨ ਅਤੇ ਗਰਜਦੀ ਚਮਕਦੀ ਬਿਜਲੀ ਦੀ ਲਿਪੀ ਵਿੱਚ ਅੰਬਰ ਦੇ ਕਾਲੇ ਕਾਗਜ਼ਾਂ 'ਤੇ ਆਪਣੇ ਦਸਤਖਤ ਕਰ ਜਾਂਦੇ ਹਨ। ਜਿਹੜੇ ਪਹਾੜਾਂ 'ਤੇ ਚੜ੍ਹਦੇ ਹਨ, ਉਹ ਪਹਾੜਾਂ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ, ਜਦ ਕਿ ਦੂਜੇ ਵਿਅਕਤੀ ਹਰ ਵੇਲੇ ਤਿਲਕ ਕੇ ਡਿੱਗ ਪੈਣ ਦੇ ਡਰ ਨਾਲ ਸਹਿਮੇ ਰਹਿੰਦੇ ਹਨ। ਮੁਸੀਬਤਾਂ ਸਾਨੂੰ ਖੁੱਲ੍ਹਣ ਲਈ ਕਹਿੰਦੀਆਂ ਹਨ ਅਤੇ ਸਾਡੇ ਖੁੱਲ੍ਹਣ ਨਾਲ ਮੁਸੀਬਤਾਂ ਦੀ ਜਿਲਦ ਵੱਜ ਜਾਂਦੀ ਹੈ। ਕਿਸੇ ਚੰਗੇ ਬੰਦੇ ਨੂੰ ਪਿਆਰ ਕਰਨ ਨਾਲ ਅਸੀਂ ਆਪਣੇ ਚੰਗੇ ਹੋਣ ਦਾ ਵਿਸ਼ਵਾਸ ਪਾਲਦੇ ਹਾਂ। ਇਸ ਵਿਸ਼ਵਾਸ ਕਾਰਨ ਸਾਡੀ ਦ੍ਰਿਸ਼ਟੀ ਵਿਸ਼ਾਲ, ਸਾਡਾ ਹਿਰਦਾ ਉਦਾਰ ਅਤੇ ਸਾਡਾ ਵਿਹਾਰ ਪਰਉਪਕਾਰੀ ਹੋ ਨਿਬੜਦਾ ਹੈ। ਜਿਸ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ, ਉਹੀ ਕਿਸੇ ਦੀ ਪ੍ਰਸ਼ੰਸਾ ਕਰ ਸਕਦਾ ਹੈ ਅਤੇ ਜਿਸ ਵਿੱਚ ਪ੍ਰਸ਼ੰਸਾ ਕਰਨ ਦਾ ਹੁਨਰ ਹੈ, ਉਸ ਵਿੱਚ ਮੁਸੀਬਤਾਂ ਸਹਿਣ ਅਤੇ ਸਮੱਸਿਆਵਾਂ ਹੱਲ ਕਰਨ ਦੀ ਹਿੰਮਤ ਇਤਨੀ ਵਧੇਰੇ ਹੁੰਦੀ ਹੈ ਕਿ ਉਹ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਨ ਦੀ ਮੌਜ ਮਾਣਨ ਲੱਗ ਪੈਂਦਾ ਹੈ। ਉਸ ਦੀ ਹਾਜ਼ਰੀ ਨਾਲ ਹੀ ਮਤਰੇਈਆਂ ਪੈੜਾਂ ਆਪਣੀਆਂ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਅਤੇ ਸੋਚ ਨੂੰ ਆਈ ਮੋਚ ਠੀਕ ਹੋ ਜਾਂਦੀ ਹੈ। ਹਮਦਰਦੀ ਅਤੇ ਤਰਸ ਦੁਖੀ ਵਿਅਕਤੀ ਦੇ ਦੁੱਖ ਨੂੰ ਘਟਾਉਂਦੇ ਨਹੀਂ, ਸਗੋਂ ਉਸ ਦੇ ਪਛੜ ਜਾਣ ਜਾਂ ਹਾਰ ਜਾਣ ਦੇ ਅਹਿਸਾਸ ਨੂੰ ਵਧਾਉਂਦੇ ਹਨ। ਡਿੱਗੇ ਹੋਏ ਬੰਦੇ ਨੂੰ ਉੱਪਰ ਚੁੱਕਣ ਦੀ ਥਾਂ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪੇ ਉੱਠ ਸਕੇ। ਉਸ ਵਿੱਚ ਸਵੈ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਫੇਰ ਨਾ ਡਿੱਗੇ। ਉਸ ਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਕਿਸੇ ਨੂੰ ਡਿੱਗਣ ਨਾ ਦੇਵੇ। ਕਿਸੇ ਵੱਲੋਂ ਸਮੱਸਿਆ ਹੱਲ ਕਰਨ ਦੀ ਥਾਂ ਉਸ ਨੂੰ ਆਪ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਆਪ ਹੱਲ ਕਰੇ। ਅੰਤਲੇ ਰੂਪ ਵਿੱਚ ਹਰ ਕਿਸੇ ਨੂੰ ਆਪਣੀਆਂ ਸਮੱਸਿਆਵਾਂ ਆਪ ਹੀ ਹੱਲ ਕਰਨੀਆਂ ਪੈਣਗੀਆਂ। ਸੋ ਇਹ ਜ਼ਰੂਰੀ ਹੈ ਕਿ ਸਮੱਸਿਆਵਾਂ ਹੱਲ ਕਰਨ ਦੀ ਆਪਣੀ ਯੋਗਤਾ ਨੂੰ ਵਧਾਇਆ ਜਾਵੇ। ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਰਹੀ ਹੈ। ਸਵਾਲ ਜਵਾਬਾਂ ਵਿੱਚ ਅਤੇ ਜਵਾਬ ਸਵਾਲਾਂ ਵਿੱਚ ਤਬਦੀਲ ਹੋ ਰਹੇ ਹਨ। ਪਾਣੀ ਦੀ ਝਲਕ ਲੁੱਕ ਦਾ ਲਿਸ਼ਕਾਰਾ ਵੀ ਹੋ ਸਕਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਭੁਲੇਖੇ ਵਰਤੇ ਹੋਏ ਹਨ। ਸਾਡੇ ਅੰਦਰ ਕਈ ਭਗੌੜਿਆਂ ਨੇ ਪਨਾਹ ਲਈ ਹੋਈ ਹੈ। ਅੱਗ ਪਾਣੀ ਦਾ ਲਿਬਾਸ ਪਾ ਕੇ ਫਿਰ ਰਹੀ ਹੈ। ਵਿਯੋਗ ਦੇ ਵਿਹੜੇ ਵਿੱਚ ਗਿੱਧਾ ਪੈ ਰਿਹਾ ਹੈ। ਹੁਣ ਮੌਸਮ ਇੱਜ਼ਤਦਾਰ ਨਹੀਂ ਰਹੇ। ਰੁੱਤ ਬੇਆਬਰੂ ਹੋ ਕੇ ਬੁਢਿਆ ਗਈ ਹੈ। ਅੱਖਾਂ ਵਿੱਚ ਮੌਤ ਦਾ ਮੋਤੀਆ ਉਤਰ ਆਇਆ ਹੈ। ਆਪਣਾ ਚਾਅ ਦੱਸਣ ਦਾ ਕੋਈ ਢੰਗ ਨਹੀਂ ਰਿਹਾ। ਸਭ ਕੁਝ ਉਦਾਸਿਆ ਗਿਆ ਹੈ। ਸਭ ਕੁਝ ਸਰਾਪਿਆ ਵਿਖਾਈ ਦਿੰਦਾ ਹੈ, ਪਰ ਜ਼ਿੰਦਗੀ ਨੇ ਫਿਰ ਵੀ ਵਹਿਣਾ ਹੈ। ਅਸੀਂ ਇਸ ਦੇ ਵਹਿਣ ਨੂੰ ਜਾਰੀ ਰੱਖਣਾ ਹੈ। ਸਾਰੇ ਜੀਵ ਜੰਤੂ ਜਗਤ ਵਿੱਚ ਕੇਵਲ ਮਨੁੱਖ ਮੌਤ ਬਾਰੇ ਸੁਚੇਤ ਹੈ ਅਤੇ ਇਹ ਚੇਤਨਾ ਉਸ ਨੂੰ ਬਚਪਨ ਤੋਂ ਅੰਤ ਤੱਕ ਸਤਾਉਂਦੀ ਹੈ। ਚੇਤਨ ਹੋ ਕੇ ਮਨੁੱਖ ਨੇ ਮੌਤ ਨੂੰ ਆਪਣੀ ਸਭ ਤੋਂ ਵੱਡੀ ਸਮੱਸਿਆ ਬਣਾ ਲਿਆ ਹੈ ਅਤੇ ਇਸ ਦੇ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਸੰਸ਼ਿਆਂ ਵਿੱਚ ਘਿਰਿਆ ਉਹ ਨਿਰੰਤਰ ਸੋਚਦਾ ਰਹਿੰਦਾ ਹੈ। ਨਿਰੰਤਰ ਸੋਚਣ ਕਾਰਨ ਮਨੁੱਖ ਦੇ ਸਿਰ ਦਾ ਆਕਾਰ ਵੱਡਾ ਹੋ ਰਿਹਾ ਹੈ। ਸਿਰ ਦਾ ਆਕਾਰ ਵੱਡਾ ਹੋਣ ਕਾਰਨ ਪ੍ਰਸੂਤ ਪੀੜਾ ਵੱਧ ਰਹੀ ਹੈ ਅਤੇ ਹੁਣ ਬਹੁਤੇ ਬੱਚੇ ਆਪਰੇਸ਼ਨ ਰਾਹੀਂ ਜਨਮ ਲੈ ਰਹੇ ਹਨ। ਪ੍ਰਸੂਤ ਪੀੜਾ ਕੇਵਲ ਮਨੁੱਖ ਜਾਤੀ ਵਿੱਚ ਹੈ ਅਤੇ ਇਸ ਦਾ ਕਾਰਨ ਬੱਚੇ ਦੇ ਸਿਰ ਦਾ ਵੱਡੇ ਹੁੰਦੇ ਜਾਣਾ ਹੈ। ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਕਾਰਨ ਮੌਤ ਦੀ ਸੋਝੀ ਹੈ। ਇਸ ਸੋਝੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਧਰਮ ਦੇ ਪ੍ਰਭਾਵ ਦੇ ਘਟਣ ਨਾਲ ਮੌਤ ਇੱਕ ਰਹੱਸ ਨਹੀਂ ਰਹੀ, ਪਰ ਯਥਾਰਥ ਦਾ ਸਾਹਮਣਾ ਕਰਨ ਦੀ ਮਨੁੱਖ ਵਿੱਚ ਅਜੇ ਹਿੰਮਤ ਨਹੀਂ ਜਾਗੀ। ਅਸੀਂ ਮੌਤ ਤੋਂ ਨਹੀਂ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ। ਕੇਵਲ ਮਾਨਵ ਜਾਤੀ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਹੈ। ਸਾਡੀਆਂ ਬਹੁਤੀਆਂ ਸਮੱਸਿਆਵਾਂ ਰਿਸ਼ਤੇ ਨਾਤਿਆਂ ਨਾਲ ਸੰਬੰਧਿਤ ਹੁੰਦੀਆਂ ਹਨ। ਮੇਲ ਮਿਲਾਪ ਉਦੋਂ ਤੱਕ ਹੀ ਪ੍ਰਸੰਨ ਕਰਦਾ ਹੈ ਜਦੋਂ ਤੱਕ ਉਸ ਉੱਤੇ ਰਿਸ਼ਤੇ ਨਾਤੇ ਦੀ ਮੁਹਰ ਨਹੀਂ ਲੱਗਦੀ। ਇਹ ਮੁਹਰ ਲੱਗਦਿਆਂ ਹੀ ਮੋਹ ਦੇ ਗੂੜੇ ਪ੍ਰਤੀਤ ਹੁੰਦੇ ਰੰਗ ਪਹਿਲੇ ਹੀ ਧੋ ਵਿੱਚ ਖੁਰ ਜਾਂਦੇ ਹਨ। ਯੂਰਪ ਵਿੱਚ ਵਿਅਕਤੀ ਉਸ ਨਾਲ ਵਿਆਹ ਕਰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ। ਅਸੀਂ ਜਿਸ ਨਾਲ ਵਿਆਹ ਕਰਦੇ ਹਾਂ ਉਸ ਨੂੰ ਪਿਆਰ ਕਰਨਾ ਪੈਂਦਾ ਹੈ। ਸਾਡੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਮਜਬੂਰੀਆਂ ਅਤੇ ਜ਼ਿੰਮੇਵਾਰੀਆਂ ਵਧੇਰੇ ਹਨ ਅਤੇ ਰਿਸ਼ਤਿਆਂ ਦਾ ਬੋਝ ਅਧਿਕ ਹੈ। ਕੋਈ ਵੀ ਰਿਸ਼ਤਾ ਸਥਾਪਿਤ ਹੋਣ ਨਾਲ ਅਸੀਂ ਹਿਸਾਬੀ ਕਿਤਾਬੀ ਹੋ ਜਾਂਦੇ ਹਾਂ।
ਸਾਡੇ ਬਹੁਤੇ ਰਿਸ਼ਤੇ ਲੈਣ ਦੇਣ ਦੇ ਹਨ, ਮਨ ਦੇ ਰਿਸ਼ਤਿਆਂ ਦੀ ਘਾਟ ਹੈ। ਸਾਡੀ ਰੀਝ ਅਤੇ ਪੀੜ ਵਿੱਚ ਫਾਸਲਾ ਬਹੁਤ ਘਟ ਗਿਆ ਹੈ। ਜੇ ਹਰ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ ਦੂਜੇ ਉਸ ਬਾਰੇ ਕੀ ਕਹਿੰਦੇ ਹਨ, ਤਾਂ ਕਿਸੇ ਦੀ ਅਰਥੀ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਵੀ ਬੰਦੇ ਥੁੜ ਜਾਣਗੇ। ਇੱਕ ਉਮਰ ਆਉਂਦੀ ਹੈ ਰੰਗਾ ਚਾਵਾਂ ਵਾਲੀ, ਜਦੋਂ ਆਪਣੇ ਆਪ ਤੋਂ ਖੁਸ਼ਬੂ ਆਉਂਦੀ ਹੈ, ਜਦੋਂ ਉੱਡਣ ਨੂੰ ਮਨ ਕਰਦਾ ਹੈ, ਜਦੋਂ ਚੰਨ ਪਿੱਛੇ ਆਉਂਦਾ ਪ੍ਰਤੀਤ ਹੁੰਦਾ ਹੈ, ਜਦੋਂ ਕਵਿਤਾ ਪੜ੍ਹਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਵਿਤਾ ਅੰਦਰੋਂ ਉੱਠਦੀ ਹੈ, ਜਦੋਂ ਸਹਿਜ ਵੀ ਆਉਂਦਾ ਹੈ, ਸੋਝੀ ਵੀ ਜਾਗਦੀ ਹੈ, ਜਦੋਂ ਕੱਚੇ ਬਨੇਰੇ ਵੀ ਧੁੱਪ ਵਿੱਚ ਸੋਨੇ ਦੇ ਪ੍ਰਤੀਤ ਹੁੰਦੇ ਹਨ, ਜਦੋਂ ਪਤਝੜ ਬਸੰਤ ਨਾਲੋਂ ਵੀ ਸੋਹਣੀ ਲੱਗਦੀ ਹੈ, ਜਦੋਂ ਕਿਸੇ ਦੀਆਂ ਗੱਲਾਂ ਵਿੱਚੋਂ ਮਹਿੰਦੀ ਦੀ ਖੁਸ਼ਬੂ ਆਉਂਦੀ ਹੈ। ਪਰ ਇਹ ਉਮਰ ਬਹੁਤਾ ਚਿਰ ਨਹੀਂ ਰਹਿੰਦੀ ਕਿਉਂਕਿ ਅਹਿਸਾਸਾਂ ਦੇ ਅਸਮਾਨ ਤੇ ਬੱਦਲ ਛਾ ਹੀ ਜਾਂਦੇ ਹਨ। ਜਿਗਰੀ ਦੋਸਤ ਵਾਅਦਾ ਮੁਆਫ ਗਵਾਹ ਬਣ ਕੇ ਸਾਨੂੰ ਮੁਹੱਬਤ ਕਰਨ ਦੀ ਸਜ਼ਾ ਦਿਵਾਉਂਦੇ ਹਨ। ਦੁੱਖਾਂ ਦੇ ਦਿਨਾਂ ਵਿੱਚ ਯਾਦਾਂ ਦੇ ਪਰਛਾਵੇਂ ਲੰਮੇ ਹੋ ਜਾਂਦੇ ਹਨ, ਅੰਦਰੋਂ ਹਜ਼ਾਰਾਂ ਬਗਾਵਤਾਂ ਉੱਠਦੀਆਂ ਹਨ। ਆਪਣੇ ਸੁਪਨਿਆਂ ਦੀ ਬੁਗਣੀ ਟੁੱਟਣ ਦਾ ਅਹਿਸਾਸ ਹੁੰਦਾ ਹੈ। ਅਸੀਂ ਰੌਲੇ ਵਿੱਚ ਡਿੱਗ ਪੈਂਦੇ ਹਾਂ, ਜੁਦਾਈ ਦੀ ਵਾਛੜ ਵਿੱਚ ਘਿਰ ਜਾਂਦੇ ਹਾਂ ਅਤੇ ਛੋਟੀ ਜਿਹੀ ਗਲਤੀ ਦੇ ਕੰਢੇ ਬੈਠੇ ਟੁੱਟੇ ਹੋਏ ਵਾਅਦਿਆਂ ਦੇ ਕੁਰਲਾਉਂਦੇ ਕਾਫਲੇ ਵੇਖਦੇ ਹਾਂ। ਰੂਹ ਦੇ ਬਨੇਰੇ ਤੇ ਬਾਲੇ ਦੀਵੇ ਬੁਝਦੇ ਬੁਝ ਜਾਂਦੇ ਹਨ। ਇਹ ਉਹ ਮੌਸਮ ਹੁੰਦਾ ਹੈ ਜਦੋਂ ਆਪਣੇ ਹੀ ਸਾਡੀ ਜੇਬ ਕਤਰ ਲੈਂਦੇ ਹਨ। ਜਿਨ੍ਹਾਂ ਨੂੰ ਅਸੀਂ ਬੜੇ ਮਹਿੰਗੇ ਸਮਝਦੇ ਸਾਂ, ਉਹ ਇਤਨੇ ਸਸਤੇ ਵਿਕਦੇ ਹਨ ਕਿ ਸੱਚ ਦਾ ਭਾਅ ਡਿੱਗ ਪੈਂਦਾ ਹੈ। ਅਸੀਂ ਜ਼ਿੰਦਗੀ ਨੂੰ ਕੈਦ ਬਾਮੁਸ਼ੱਕਤ ਸਮਝਣ ਲੱਗ ਪੈਂਦੇ ਹਾਂ ਅਤੇ ਇਕੱਲੇ ਰਹਿ ਜਾਣ ਦੀ ਸੂਰਤ ਵਿੱਚ ਆਪਣੇ ਕੋਟ ਦੀ ਉਤਲੀ ਜੇਬ ਵਿੱਚ ਸਾਡਾ ਹਾਰਨਾਮਾ ਅਤੇ ਮੁਆਫੀਨਾਮਾ ਸਾਡੇ ਦਸਤਕਾਂ ਸਾਹਿਤ ਤਿਆਰ ਹੁੰਦਾ ਹੈ ਵਕਤ ਦੀ ਉਜੜੀ ਅਦਾਲਤ ਵਿੱਚ ਪੇਸ਼ ਕਰਨ ਲਈ। ਸਭ ਕੁਝ ਦੇ ਬਾਵਜੂਦ ਕਿਸੇ ਦੇ ਚੇਤਿਆਂ ਵਿੱਚੋਂ ਜਲਾਵਤਨ ਹੋ ਕੇ ਵੀ ਪਿਆਰ ਕਰਨ ਦੀ ਰੀਝ ਨਹੀਂ ਮਰਦੀ। ਹਾਰ ਦਾ ਅਹਿਸਾਸ ਸਾਡੇ ਅਨੁਭਵਾਂ ਨੂੰ ਡੂੰਘਾ ਕਰਦਾ ਹੈ। ਇਸ ਸਭ ਦੇ ਬਾਵਜੂਦ ਅਸੀਂ ਦੁਨੀਆ ਨਾਲ ਰੁੱਸ ਜਾਣ ਵਾਲਿਆਂ ਨਾਲ ਰਲਣ ਲਈ ਤਿਆਰ ਨਹੀਂ ਹੁੰਦੇ। ਸਾਨੂੰ ਪਤਾ ਲੱਗਦਾ ਹੈ ਕਿ ਪਰਛਾਵਾਂ ਛਾਂ ਨਹੀਂ ਹੁੰਦਾ। ਸਾਨੂੰ ਪਤਾ ਲੱਗਦਾ ਹੈ ਕਿ ਪਾਣੀ ਪਾਣੀ ਵੀ ਹੈ, ਅੱਥਰੂ ਵੀ ਹੈ, ਮੀਂਹ ਵੀ ਹੈ ਤੇ ਹੜ੍ਹ ਵੀ ਹੈ ਤੇ ਦਰਿਆ ਵੀ ਹੈ। ਅਸੀਂ ਝਾੜੂ ਵਾਂਗ ਲੇਟਣ ਦੀ ਥਾਂ ਦਰਿਆ ਵਾਂਗ ਲੰਮੇ ਵਹਿਣ ਵਿੱਚ ਪੈਣ ਲਈ ਤਾਂਘਦੇ ਹਾਂ। ਅਸੀਂ ਪੈਰਾਂ ਨੂੰ ਗਰਦ ਦੇ ਪੱਖ ਤੋਂ ਨਹੀਂ, ਸਫ਼ਰ ਦੇ ਸੰਦਰਭ ਵਿੱਚ ਵੇਖਦੇ ਹਾਂ। ਸਾਨੂੰ ਪੈਰਾਂ ਦੀਆਂ ਬਿਆਈਆਂ ਵਿੱਚੋਂ ਸਫ਼ਰ ਦੀਆਂ ਪੈੜਾਂ ਵਿਖਾਈ ਦਿੰਦੀਆਂ ਹਨ ਅਤੇ ਚਿਹਰੇ ਦੀਆਂ ਝੁਰੜੀਆਂ ਵਿੱਚੋਂ ਇਤਿਹਾਸ ਦੇ ਕਾਂਡ ਦਿਸਦੇ ਹਨ ਅਤੇ ਵਿਯੋਗ ਦੇ ਵਿਹੜੇ ਦੀ ਉਦਾਸ ਧੁੰਨ ਵਿੱਚੋਂ ਸੁਕਰਾਤੀ ਰਾਹ ਵਿਖਾਈ ਦਿੰਦੇ ਹਨ। ਉਦਾਸ ਉਹੀ ਹੁੰਦੇ ਹਨ ਜਿਹੜੇ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨ ਲੱਗ ਪੈਂਦੇ ਹਨ ਅਤੇ ਹਾਂ-ਨਾ ਦੀ ਸ਼ਤਰੰਜ ਵਿੱਚ ਉਲਝ ਜਾਂਦੇ ਹਨ। ਜਿਹੜੀਆਂ ਸਮੱਸਿਆਵਾਂ ਮਨੁੱਖ ਨੂੰ ਵਧੇਰੇ ਪੀੜਿਤ ਕਰਦੀਆਂ ਹਨ, ਉਹ ਮੁੱਖ ਤੌਰ 'ਤੇ ਸਰੀਰ ਅਤੇ ਮਨ ਨਾਲ ਸੰਬੰਧਿਤ ਹੁੰਦੀਆਂ ਹਨ। ਕਿਸੇ ਸਰੀਰਕ ਸਮੱਸਿਆ ਕਾਰਨ ਸਾਡਾ ਸਵੈ ਵਿਸ਼ਵਾਸ ਘਟਦਾ ਹੈ ਅਤੇ ਸਾਡੀ ਦੁਨੀਆ ਸੁੰਗੜਦੀ ਹੈ। ਸਾਡੀ ਸਰੀਰਕ ਸਮੱਸਿਆ ਦਾ ਸਾਡੇ ਆਲੇ ਦੁਆਲੇ ਨਾਲ ਸਾਡੇ ਸੰਬੰਧਾਂ 'ਤੇ ਪ੍ਰਭਾਵ ਪੈਂਦਾ ਹੈ। ਸਾਡੇ ਉਦੇਸ਼ ਅਤੇ ਸਾਡੀਆਂ ਪ੍ਰਾਪਤੀਆਂ ਵੀ ਸਾਡੀ ਸਰੀਰਕ ਸਥਿਤੀ ਅਨੁਸਾਰ ਉੱਚੀਆਂ ਨੀਵੀਆਂ ਹੁੰਦੀਆਂ ਹਨ। ਕਈ ਵਾਰੀ ਸਾਡੀ ਸਰੀਰਕ ਸੁਸਤੀ ਸਥਿਤੀ ਦੀ ਕਾਹਲ ਨਾਲ ਬਰ ਨਹੀਂ ਮੇਚ ਸਕਦੀ ਅਤੇ ਕਈ ਅਵਸਰ ਇਵੇਂ ਡਿੱਗ ਪੈਂਦੇ ਹਨ ਜਿਵੇਂ ਆਟਾ ਠੀਕ ਨਾ ਗੁੰਨਿਆ ਹੋਣ ਕਰਕੇ ਰੋਟੀ ਤੰਦੂਰ ਵਿੱਚ ਡਿੱਗ ਪੈਂਦੀ ਹੈ। ਜਦੋਂ ਅਵਸਰ ਗਵਾਚਣ ਦੀ ਉਦਾਸੀ ਕਾਰਨ ਨੀਂਦਰਾਂ ਸਾਡੇ ਨਾਲੋਂ ਰੁੱਸ ਜਾਂਦੀਆਂ ਹਨ, ਤਾਂ ਸੂਰਜ ਦੇ ਜਾਗਣ ਤੋਂ ਬਹੁਤ ਪਹਿਲਾਂ ਹੀ ਸਾਡੀ ਜਾਗ ਖੁੱਲ੍ਹ ਜਾਂਦੀ ਹੈ ਅਤੇ ਸਵੇਰੇ ਉੱਠਣ ਵੇਲੇ ਤੱਕ ਅਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਹੁੰਦੇ ਹਾਂ। ਸਾਡੀਆਂ ਸਰੀਰਕ ਸਮੱਸਿਆਵਾਂ ਸਾਡੇ ਮਨ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। ਕਈ ਵਾਰੀ ਅਸੀਂ ਭਰੇ ਜਾਣ ਤੋਂ ਪਹਿਲਾਂ ਹੀ ਡੁੱਲ ਜਾਂਦੇ ਹਾਂ। ਜਦੋਂ ਸਾਨੂੰ ਮਾਨਸਿਕ ਤਸੱਲੀ ਨਾ ਹੋਵੇ ਤਾਂ ਸਾਡਾ ਮਨ ਕੇਵਲ ਢਹਿੰਦੇ ਪਾਸੇ ਨੂੰ ਵੇਖਦਾ ਹੈ ਅਤੇ ਕਿਸੇ ਦੇ ਅੱਗੇ ਲੰਘ ਜਾਣ ਨੂੰ ਅਸੀਂ ਸਹਿਣ ਨਹੀਂ ਕਰਦੇ। ਸਰੀਰ ਦੇ ਤੰਦਰੁਸਤ ਹੋਣ ਕਾਰਨ ਅਸੀਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਰਹਿੰਦੇ ਹਾਂ, ਪਰ ਸਰੀਰ ਦੇ ਰੋਗੀ ਹੋਣ ਕਾਰਨ ਸਹਿਜ ਗਤੀ ਨਾਲ ਆਉਣ ਵਾਲੀਆਂ ਸਮੱਸਿਆਵਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ, ਜਿਹੜੀਆਂ ਰੋਗੀ ਦੇ ਮਨੋਬਲ ਨੂੰ ਡੇਗਦੀਆਂ ਹਨ। ਸਰੀਰਕ ਸਮੱਸਿਆਵਾਂ ਨਾਲ ਸਾਡੇ ਕਾਮ ਸੰਬੰਧਾਂ, ਭਾਵਕ ਸੰਤੁਸ਼ਟੀ ਅਤੇ ਮਾਨਸਿਕ ਸੰਤੁਲਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਕਈ ਸਰੀਰਕ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ। ਅਜਿਹੀਆਂ ਸਮੱਸਿਆਵਾਂ ਦਾ ਹੱਲ ਇਹਨਾਂ ਨੂੰ ਸਹਿਣ ਅਤੇ ਜਰਨ ਵਿੱਚ ਹੀ ਹੁੰਦਾ ਹੈ। ਕਿਸੇ ਹਾਦਸੇ ਵਿੱਚ ਕਿਸੇ ਦਾ ਅਪੰਗ ਹੋ ਜਾਣਾ, ਜਾਂ ਸੰਤਾਨ ਵਿੱਚੋਂ ਕਿਸੇ ਦਾ ਊਣਾ ਨਿਕਲ ਆਉਣਾ, ਜਾਂ ਸੰਤਾਨ ਨਾ ਪ੍ਰਾਪਤ ਹੋਣ ਦੀ ਬੇਬਸੀ, ਜਾਂ ਕਿਸੇ ਮਾਰੂ ਰੋਗ ਵਿੱਚ ਘਿਰ ਜਾਣਾ, ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਨੂੰ ਬਰਦਾਸ਼ਤ ਕਰਨ ਲਈ ਮਾਨਸਿਕ ਸ਼ਕਤੀ ਦੇ ਨਾਲ ਆਤਮਿਕ ਬਲ ਦੀ ਵੀ ਲੋੜ ਹੁੰਦੀ ਹੈ।
ਮਾਂ ਹੋਣਾ ਔਰਤ ਦਾ ਸਿਖਰ ਹੈ ਅਤੇ ਔਰਤ ਦੀ ਬੇਵਸੀ ਦਾ ਸਿਖਰ ਉਸ ਦੀ ਕੁੱਖ ਦੀ ਚੁੱਪ ਹੈ। ਔਰਤ ਦੇ ਮਨ ਦੀਆਂ ਕਈ ਗਲੀਆਂ ਹਨ, ਉਸ ਦੇ ਘਰ ਦੇ ਕਈ ਸਿਰਨਾਵੇਂ ਹਨ। ਔਰਤ ਆਪਣੇ ਦੁੱਖਾਂ ਨੂੰ ਆਪਣੇ ਪੱਲੇ ਦੀ ਕੰਨੀ ਨਾਲ ਘੁੱਟ ਕੇ ਬੰਨ੍ਹ ਲੈਂਦੀ ਹੈ। ਨਦੀ ਵਰਗੀਆਂ ਧੀਆਂ ਜਦੋਂ ਉੱਜੜ ਕੇ ਨਾ ਉਮੀਦੀ ਦੇ ਮਾਰੂਥਲਾਂ ਵਿੱਚ ਗਵਾਚ ਜਾਂਦੀਆਂ ਹਨ ਤਾਂ ਮਾਂ ਦੇ ਮਨ ਦਾ ਪਰਦੇਸੀ ਹੋਣਾ ਸੁਭਾਵਿਕ ਹੈ। ਅਥਰੂਆਂ ਦੀ ਭਾਸ਼ਾ ਦਾ ਸ਼ਬਦਾਂ ਦੀ ਬੋਲੀ ਵਿੱਚ ਅਨੁਵਾਦ ਸਹੀ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਸੋਚਣਾ ਚਾਹੀਦਾ ਹੈ ਕਿ ਦੁੱਖ ਕਿਸ ਨੂੰ ਨਹੀਂ ਹਨ, ਦੁਖਾਂਤ ਕਿਸ ਨਾਲ ਨਹੀਂ ਵਾਪਰਦੇ। ਅੰਤ ਨੂੰ ਜ਼ਿੰਦਗੀ ਨੇ ਹਰ ਕਿਸੇ ਨਾਲ ਰੁੱਸਣਾ ਹੈ, ਪਰ ਜ਼ਿੰਦਗੀ ਦੀ ਅਦਾਲਤ ਵਿੱਚ ਇਨਸਾਫ ਵੀ ਮਿਲਦਾ ਹੈ। ਪਰ ਜੋ ਕੁਝ ਸਾਡੇ ਕੋਲ ਨਹੀਂ ਹੁੰਦਾ ਅਸੀਂ ਉਸ ਨੂੰ ਹੀ ਵੇਖਦੇ ਰਹਿੰਦੇ ਹਾਂ। ਦੂਜਿਆਂ ਦੇ ਦੁੱਖ ਵਿੱਚ ਭਾਈਵਾਲ ਹੋ ਕੇ ਆਪਣੇ ਦੁੱਖ ਭੁਲਾਏ ਜਾ ਸਕਦੇ ਹਨ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਸਮੱਸਿਆ ਹੱਲ ਕੀਤੇ ਜਾਣ ਦੇ ਯੋਗ ਨਹੀਂ ਹੁੰਦੀ। ਅਨੇਕਾਂ ਸਮੱਸਿਆਵਾਂ ਨੇ ਆਪੇ ਲੋਪ ਹੋ ਜਾਣਾ ਹੁੰਦਾ ਹੈ। ਤੇਜ਼ ਦਰਦ ਬਹੁਤਾ ਚਿਰ ਨਹੀਂ ਰਹਿੰਦੇ, ਬਹੁਤ ਦੇਰ ਰਹਿਣ ਵਾਲੇ ਦਰਦ ਤਿੱਖੇ ਨਹੀਂ ਹੁੰਦੇ। ਅਜੋਕੇ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਆਰਥਿਕ ਹੀ ਹੁੰਦੀਆਂ ਹਨ। ਭਾਵੇਂ ਇਹ ਮੰਨਣਾ ਕਠਿਨ ਹੈ, ਪਰ ਵਾਸਤਵਿਕਤਾ ਇਹ ਹੈ ਕਿ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਿਕ ਸਮੱਸਿਆਵਾਂ ਦੇ ਮੁਕਾਬਲੇ ਆਰਥਿਕ ਸਮੱਸਿਆਵਾਂ ਘੱਟ ਪੀੜਿਤ ਕਰਦੀਆਂ ਹਨ। ਇਹ ਸਮੱਸਿਆਵਾਂ ਵਧੇਰੇ ਕਰਕੇ ਪੁਰਸ਼ਾਂ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਇਹ ਕਿਸੇ ਹਾਦਸੇ ਜਾਂ ਦੁਰਘਟਨਾ ਵਾਂਗ ਅਚਾਨਕ ਨਹੀਂ ਵਾਪਰਦੀਆਂ। ਇਹਨਾਂ ਸੰਬੰਧੀ ਕੋਈ ਕਿਸੇ ਨੂੰ ਸ਼ਿਕਾਇਤ ਵੀ ਨਹੀਂ ਕਰਦਾ ਅਤੇ ਨਾ ਹੀ ਇਹ ਝਟਪਟ ਹੱਲ ਹੋਣ ਵਾਲੀਆਂ ਹੁੰਦੀਆਂ ਹਨ। ਆਰਥਿਕ ਸਮੱਸਿਆਵਾਂ ਸਾਡੇ ਸੁਚੇਤ ਅਤੇ ਵਿਹਾਰਿਕ ਸੰਸਾਰ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਲਈ ਮਾਨਸਿਕ ਪਰੇਸ਼ਾਨੀ ਥੋੜ੍ਹੇ ਚਿਰ ਲਈ ਹੀ ਉਪਜਾਉਂਦੀਆਂ ਹਨ। ਹਰ ਕੋਈ ਆਰਥਿਕਤਾ ਨਾਲ ਸੰਬੰਧਿਤ ਹੋਣ ਕਾਰਨ ਆਪਣੀ ਸਮਰੱਥਾ ਅਤੇ ਯੋਗਤਾ ਨਾਲ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ ਵਿੱਚ ਰੁੱਝਿਆ ਹੋਇਆ ਹੈ। ਭਾਵੇਂ ਆਰਥਿਕ ਸਮੱਸਿਆਵਾਂ ਦਾ ਸਾਡੀਆਂ ਭਾਵਕ ਅਤੇ ਮਾਨਸਿਕ ਸਮੱਸਿਆਵਾਂ ਉੱਤੇ ਪਰਛਾਵਾਂ ਪੈਂਦਾ ਹੈ, ਪਰ ਅਜਿਹੀਆਂ ਸਮੱਸਿਆਵਾਂ ਦਾ ਆਰਥਿਕ ਪੱਖ ਮਹੱਤਵਪੂਰਨ ਨਹੀਂ ਹੁੰਦਾ। ਆਰਥਿਕ ਪੱਖ ਸੰਬੰਧੀ ਅਸੀਂ ਤਰਕ ਨਾਲ ਸੋਚ ਸਮਝ ਸਕਦੇ ਹਾਂ, ਪਰ ਸਾਡੀ ਮਾਨਸਿਕ, ਭਾਵਕ ਅਤੇ ਆਤਮਿਕ ਤਸੱਲੀ ਦੇ ਸਰੋਤ ਆਰਥਿਕ ਨਹੀਂ ਹੁੰਦੇ। ਸਾਡੀਆਂ ਸਰੀਰਕ ਸਮੱਸਿਆਵਾਂ ਭਾਵੇਂ ਸਾਡੀ ਆਰਥਿਕਤਾ ਤੋਂ ਪ੍ਰਭਾਵਿਤ ਤਾਂ ਹੁੰਦੀਆਂ ਹਨ, ਪਰ ਸਾਨੂੰ ਦੁਖੀ ਉਹੀ ਸਰੀਰਕ ਸਮੱਸਿਆਵਾਂ ਕਰਦੀਆਂ ਹਨ ਜਿਨ੍ਹਾਂ ਨੂੰ ਆਰਥਿਕਤਾ ਨਾਲ ਵੀ ਹੱਲ ਨਹੀਂ ਕੀਤਾ ਜਾ ਸਕਦਾ। ਆਰਥਿਕ ਪੱਖ ਨਿਰਸੰਦੇਹ ਸਾਨੂੰ ਸਮੱਸਿਆਵਾਂ ਨਜਿੱਠਣ ਅਤੇ ਉਹਨਾਂ ਨਾਲ ਬਰ ਮੇਚਣ ਦੀ ਯੋਗਤਾ ਪ੍ਰਦਾਨ ਕਰਦਾ ਹੈ, ਪਰ ਸਾਰੀਆਂ ਸਮੱਸਿਆਵਾਂ ਕੇਵਲ ਆਰਥਿਕ ਹਥਿਆਰਾਂ ਨਾਲ ਹੀ ਹੱਲ ਨਹੀਂ ਹੁੰਦੀਆਂ। ਆਰਥਿਕ ਵਿਕਾਸ ਦੇ 5 ਮੁੱਖ ਪੜਾਅ ਹੁੰਦੇ ਹਨ। ਹਰ ਵਿਅਕਤੀ ਇਹਨਾਂ ਵਿਚਲੇ ਕਿਸੇ ਨਾ ਕਿਸੇ ਪੜਾਅ 'ਤੇ ਹੁੰਦਾ ਹੈ। ਇਹ ਇੱਕ ਨਿਰੰਤਰ ਯਾਤਰਾ ਹੈ ਜਿਸ ਵਿੱਚ ਰੁੱਝੇ ਰਹਿਣਾ ਚੰਗਾ ਵੀ ਲੱਗਦਾ ਹੈ ਅਤੇ ਉਪਯੋਗੀ ਵੀ ਹੁੰਦਾ ਹੈ। ਸਾਡਾ ਜੀਵਨ ਅਨੁਭਵ ਵਾਸਤਵ ਵਿੱਚ ਉਪਜੀਵਕਾ ਕਮਾਉਣ ਦੇ ਰਾਹ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਅਮਲ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਹੜਾ ਉਪਜੀਵਕਾ ਕਮਾਉਣ ਦੇ ਅਮਲ ਵਿੱਚ ਨਹੀਂ ਪੈਂਦਾ, ਉਸ ਦਾ ਸਮਾਜਿਕ, ਮਾਨਸਿਕ ਅਤੇ ਭਾਵਕ ਵਿਕਾਸ ਵੀ ਨਹੀਂ ਹੁੰਦਾ। ਸੋ ਆਰਥਿਕ ਸਮੱਸਿਆਵਾਂ ਵਿੱਚ ਅਵਸਰ ਵੀ ਛੁਪੇ ਹੁੰਦੇ ਹਨ ਅਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਾਨੂੰ ਜੀਵਨ ਦੇ ਅਰਥ ਵੀ ਸਮਝ ਪੈਂਦੇ ਹਨ। ਪਹਿਲੇ ਪੜਾਅ ਵਿੱਚ ਅਸੀਂ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਪੈਦਾ ਕਰਦੇ ਹਾਂ, ਜਿਨ੍ਹਾਂ ਵਿੱਚ ਆਮਦਨ, ਆਹਾਰ ਅਤੇ ਆਵਾਸ ਦੀਆਂ ਲੋੜਾਂ ਆ ਜਾਂਦੀਆਂ ਹਨ। ਕਈ ਵਾਰੀ ਇਹ ਸਹੂਲਤਾਂ ਸਾਨੂੰ ਬਣੀਆਂ ਬਣਾਈਆਂ ਵੀ ਮਿਲ ਜਾਂਦੀਆਂ ਹਨ, ਪਰ ਵਿਆਹ ਤੋਂ ਬਾਅਦ ਹਰ ਵਿਅਕਤੀ ਆਪਣੀ ਜ਼ਿੰਦਗੀ ਬਾਰੇ ਨਵੇਂ ਸਿਰਿਓਂ ਸੋਚਦਾ ਹੈ ਅਤੇ ਇਹਨਾਂ ਸਹੂਲਤਾਂ ਸੰਬੰਧੀ ਸਮੱਸਿਆਵਾਂ ਨੂੰ ਉਹ ਬਦਲੇ ਹੋਏ ਦ੍ਰਿਸ਼ਟੀਕੋਣ ਨਾਲ ਸਮਝਦਾ ਅਤੇ ਸੁਲਝਾਉਂਦਾ ਹੈ। ਦੂਜੇ ਪੜਾਅ ਵਿੱਚ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਦੀ ਸਮੱਸਿਆ ਨਾਲ ਨਜਿੱਠਦੇ ਹਾਂ। ਇਸ ਪੜਾਅ ਵਿੱਚ ਆਪਣਾ ਘਰ ਹੋਣਾ ਜਾਂ ਆਪਣੇ ਘਰ ਲਈ ਸਾਧਨ ਜੁਟਾਉਣੇ ਅਤੇ ਆਪਣੇ ਪਰਿਵਾਰ ਲਈ ਸੁੱਖ ਸਾਧਨ ਉਪਜਾਉਣਾ ਗਿਣਿਆ ਜਾ ਸਕਦਾ ਹੈ। ਤੀਜੇ ਪੜਾਅ ਵਿੱਚ ਅਸੀਂ ਸਮਾਜਿਕ ਮੇਲ ਜੋਲ ਵਧਾਉਂਦੇ ਹਾਂ, ਸਮਾਗਮ ਕਰਦੇ ਹਾਂ, ਜਨਮ ਦਿਨ ਮਨਾਉਂਦੇ ਹਾਂ, ਤੋਹਫੇ ਦਿੰਦੇ ਲੈਂਦੇ ਹਾਂ, ਸ਼ੁਭ ਇਛਾਵਾਂ ਭੇਜਦੇ ਹਾਂ, ਅਰਥਾਤ ਅਸੀਂ ਉਹਨਾਂ ਘਰਾਂ ਦੀ ਗਿਣਤੀ ਵਧਾਉਂਦੇ ਹਾਂ ਜਿੱਥੇ ਅਸੀਂ ਜਾ ਸਕਦੇ ਹਾਂ ਅਤੇ ਉਹਨਾਂ ਲੋਕਾਂ ਦੀ ਸੂਚੀ ਲੰਮੀ ਕਰਦੇ ਹਾਂ ਜਿਹੜੇ ਸਾਡੇ ਘਰ ਆ ਸਕਦੇ ਹਨ। ਇਹ ਮੇਲ ਮਿਲਾਪ ਆਪਣੇ ਰਿਸ਼ਤੇਦਾਰਾਂ ਦੇ ਮੁਕਾਬਲੇ ਦੂਜੇ ਵਿਅਕਤੀਆਂ ਨਾਲ ਵਧੇਰੇ ਹੁੰਦਾ ਹੈ। ਇਸ ਸਥਿਤੀ ਵਿੱਚ ਸਾਡੀ ਥਾਲੀ ਵਿਚਲੀਆਂ ਕੌਲੀਆਂ ਅਤੇ ਸਾਡੀ ਅਲਮਾਰੀ ਵਿੱਚ ਕੱਪੜਿਆਂ ਦੀ ਗਿਣਤੀ ਵੱਧਦੀ ਹੈ, ਅਰਥਾਤ ਵੰਨ-ਸੁਵੰਨਤਾ ਦਾ ਵਾਤਾਵਰਣ ਉਪਜਦਾ ਹੈ। ਬਹੁਤੇ ਲੋਕ ਇੱਥੇ ਪਹੁੰਚ ਕੇ ਸੰਤੁਸ਼ਟ ਹੋ ਜਾਂਦੇ ਹਨ। ਚੌਥੇ ਪੜਾਅ ਵਿੱਚ ਆਰਥਿਕ ਬਲ ਨਾਲ ਅਸੀਂ ਸਮਾਜਿਕ ਰੁਤਬੇ ਲਈ ਤਾਂਘਦੇ ਹਾਂ ਅਤੇ ਪਤਵੰਤੇ ਬਣਦੇ ਹਾਂ। ਕਿਸੇ ਸਭਾ ਜਾਂ ਕਲੱਬ ਦੇ ਮੈਂਬਰ ਜਾਂ ਅਹੁਦੇਦਾਰ ਬਣਨਾ ਸਾਡਾ ਸ਼ੌਂਕ ਬਣਦਾ ਹੈ।
ਜਿਨ੍ਹਾਂ ਵਿੱਚ ਆਰਥਿਕ ਬਲ ਨਹੀਂ ਹੁੰਦਾ ਪਰ ਪਤਵੰਤੇ ਬਣਨ ਦੀ ਰੀਝ ਹੁੰਦੀ ਹੈ, ਉਹ ਕਿਸੇ ਸੇਵਾ ਸਦਨ ਜਾਂ ਭਜਨ ਮੰਡਲੀ ਜਾਂ ਧਰਮਸ਼ਾਲਾ ਦੇ ਪ੍ਰਬੰਧਕ ਬਣਨ ਤੱਕ ਫੈਲਦੇ ਹਨ। ਪੰਜਵੇਂ ਪੜਾਅ ਵਿੱਚ ਮਨੁੱਖ ਰਾਜਨੀਤਿਕ ਸ਼ਕਤੀ ਲਈ ਤਾਂਘਦਾ ਹੈ। ਇਹਨਾਂ ਸਾਰੇ ਪੜਾਵਾਂ ਦੀਆਂ ਆਪਣੀਆਂ ਆਪਣੀਆਂ ਉਲਝਣਾਂ, ਆਰਥਿਕ ਮਜਬੂਰੀਆਂ ਅਤੇ ਸਮੱਸਿਆਵਾਂ ਹੁੰਦੀਆਂ ਹਨ। ਹਰ ਕੋਈ ਜਾਣ ਸਕਦਾ ਹੈ ਕਿ ਉਹ ਕਿਹੜੇ ਪੜਾਅ 'ਤੇ ਹੈ। ਹਰ ਕਿਸੇ ਵਿੱਚ ਅਗਲੇਰੇ ਪੜਾਅ ਵਿੱਚ ਦਾਖਲ ਹੋਣ ਦੀ ਰੀਝ ਹੁੰਦੀ ਹੈ, ਕਿਉਂਕਿ ਹਰ ਪੜਾਅ ਦੇ ਲੋਕਾਂ ਦੀ ਗਿਣਤੀ ਬਹੁਤ ਅਧਿਕ ਹੁੰਦੀ ਹੈ। ਨੀਵੇਂ ਪੜਾਵਾਂ ਵਿੱਚ ਤਾਂ ਗਿਣਤੀ ਬਹੁਤ ਹੀ ਵਧੇਰੇ ਹੁੰਦੀ ਹੈ, ਸੋ ਕੇਵਲ ਸਾਡੀਆਂ ਆਰਥਿਕ ਸਮੱਸਿਆਵਾਂ ਹੀ ਸਾਨੂੰ ਪੀੜਿਤ ਨਹੀਂ ਕਰਦੀਆਂ। ਸਮਾਜਵਾਦ ਵੀ ਸਾਡੀਆਂ ਆਰਥਿਕ ਸਮੱਸਿਆਵਾਂ ਦੇ ਹੱਲ ਭਾਵੇਂ ਕਰ ਦੇਵੇ, ਸਾਡੀਆਂ ਭਾਵਕ, ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਬਣੀਆਂ ਰਹਿਣਗੀਆਂ। ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਵੱਧ ਰਹੀਆਂ ਹਨ। ਇਸਤਰੀ ਸੁਚੇਤ ਹੋ ਰਹੀ ਹੈ ਅਤੇ ਉਹ ਆਪਣੇ ਪਤੀ ਨੂੰ ਪਰਮੇਸ਼ਵਰ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਆਹ ਵਿਉਂਤ ਕੇ ਨਹੀਂ ਕੀਤੇ ਜਾ ਰਹੇ। ਤਿੰਨਾਂ ਵਿੱਚੋਂ 2 ਮੰਗਣੀਆਂ ਹੀ ਵਿਆਹ ਵਿੱਚ ਵੱਟਦੀਆਂ ਹਨ। ਜਵਾਨ ਮੰਨਣ ਲਈ ਤਿਆਰ ਹੀ ਨਹੀਂ ਕਿ ਜਿਹੜੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੂਜਿਆਂ ਨਾਲ ਵਾਪਰਦੀਆਂ ਹਨ, ਉਹ ਉਹਨਾਂ ਨਾਲ ਵੀ ਵਾਪਰ ਸਕਦੀਆਂ ਹਨ। ਸੁਰਮੇਲਤਾ ਦੀ ਘਾਟ ਕਾਰਨ ਸਹਿਣਸ਼ੀਲਤਾ ਘਟ ਰਹੀ ਹੈ ਅਤੇ ਫਰਜ਼ਾਂ ਦੀ ਥਾਂ ਹੱਕਾਂ ਪ੍ਰਤੀ ਅਸੀਂ ਵਧੇਰੇ ਸੁਚੇਤ ਹੋ ਰਹੇ ਹਾਂ। ਵਿਆਹ ਪੱਕੀ ਉਮਰ ਵਿੱਚ ਹੋਣ ਕਾਰਨ ਪਤੀ ਪਤਨੀ ਦੇ ਵਿਹਾਰ ਵਿੱਚ ਲਚਕ ਘਟ ਜਾਂਦੀ ਹੈ ਅਤੇ ਲੋੜਾਂ ਦੇ ਮੁਕਾਬਲੇ ਇੱਛਾਵਾਂ ਵੱਧ ਜਾਣ ਕਾਰਨ ਵਸੀਲਿਆਂ ਦੀ ਥੁੜ ਪ੍ਰਤੀਤ ਹੋਣ ਲੱਗ ਪੈਂਦੀ ਹੈ। ਮੰਗਣੀ ਦਾ ਉਦੇਸ਼ ਦੋਹਾਂ ਧਿਰਾਂ ਨੂੰ ਵਿਆਹ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਆਪਣੇ ਆਪ ਨੂੰ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਨਾ ਸੀ, ਪਰੰਤੂ ਹੁਣ ਵਿਆਹ ਇਵੇਂ ਦੌੜ ਕੇ ਕਰਵਾਏ ਜਾ ਰਹੇ ਹਨ ਜਿਵੇਂ ਗੱਡੀ ਚੱਲ ਪੈਣ ਤੋਂ ਬਾਅਦ ਉਸ ਉੱਤੇ ਦੌੜ ਕੇ ਚੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੋਵੇ। ਲਗਭਗ ਹਰ ਵਿਆਹ ਤੋਂ ਬਾਅਦ ਦੋਹਾਂ ਵਿੱਚੋਂ ਇੱਕ ਧਿਰ ਨੂੰ ਆਪਣਾ ਜੀਵਨ ਪੱਧਰ ਨੀਵਾਂ ਜਾਂ ਇਕਸੁਰ ਕਰਨ ਅਤੇ ਤਾਲਮੇਲ ਉਸਾਰਨ ਦੀ ਮਜਬੂਰੀ ਹੁੰਦੀ ਹੈ। ਜੇਕਰ ਇਸ ਸਥਿਤੀ ਨੂੰ ਪ੍ਰਵਾਨ ਨਾ ਕੀਤਾ ਜਾਵੇ ਤਾਂ ਸੰਬੰਧਿਤ ਧਿਰ ਆਪਣੇ ਨਾਲ ਠੀਕ ਵਰਤਾਓ ਨਾ ਹੋਣ ਦੀ ਸ਼ਿਕਾਇਤ ਕਰਦੀ ਹੈ। ਵਿਦਿਆ ਪ੍ਰਾਪਤੀ ਨਾਲ ਸਾਨੂੰ ਆਪਣੀ ਗੱਲ ਕਹਿਣ ਦੀ ਜਾਚ ਆ ਜਾਂਦੀ ਹੈ ਅਤੇ ਇਹ ਯੋਗਤਾ ਸਾਡੇ ਵਿੱਚ ਸਹਿਣਸ਼ੀਲਤਾ ਨੂੰ ਘਟਾਉਂਦੀ ਹੈ, ਕਿਉਂਕਿ ਦੂਜੇ ਨੂੰ ਸੁਣਨ ਅਤੇ ਸਮਝਣ ਦੀ ਥਾਂ ਅਸੀਂ ਦੂਜੇ ਨੂੰ ਸੁਣਾਉਣਾ, ਬਦਲਣਾ, ਸੁਧਾਰਨਾ ਅਤੇ ਸਮਝਾਉਣਾ ਚਾਹੁੰਦੇ ਹਾਂ। ਵਧੇਰੇ ਪੜ੍ਹੀਆਂ ਲੜਕੀਆਂ ਦੇ ਵਿਆਹ ਲਈ ਉਹਨਾਂ ਦੀ ਯੋਗਤਾ ਅਨੁਸਾਰ ਵਰ ਲੱਭਣੇ ਮੁਸ਼ਕਲ ਹੋ ਗਏ ਹਨ ਅਤੇ ਜਦੋਂ ਪਤੀ ਦੀ ਪਤਨੀ ਨਾਲੋਂ ਯੋਗਤਾ ਘੱਟ ਹੋਵੇ ਤਾਂ ਇਸ ਨਾਲ ਆਪਸੀ ਸੰਬੰਧਾਂ 'ਤੇ ਅਸਰ ਪੈਂਦਾ ਹੈ। ਸਹੁਰਾ ਪਰਿਵਾਰ ਨੂੰਹ ਦੀ ਸਿੱਖਿਆ ਦਾ ਲਾਭ ਉਠਾਉਣ ਦੀ ਥਾਂ ਵੱਧ ਪੜ੍ਹੀ ਲਿਖੀ ਨੂੰਹ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ਹੈ, ਪਰ ਨੂੰਹ ਆਪਣੀ ਵਿਕਸਿਤ ਸੋਝੀ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੁੰਦੀ। ਸੋ ਸਹਿਯੋਗ ਦੀ ਥਾਂ ਵਿਰੋਧ ਅਤੇ ਟਕਰਾਓ ਦਾ ਉਪਜਣਾ ਸੁਭਾਵਿਕ ਹੋ ਜਾਂਦਾ ਹੈ। ਅਜੋਕੇ ਯੁੱਗ ਵਿੱਚ ਵਿਆਹ ਸੰਬੰਧਾਂ ਨੂੰ ਤੋੜਨ ਦੇ ਸਾਰੇ ਸਾਧਨ ਮੌਜੂਦ ਹਨ, ਪਰ ਟੁੱਟੀਆਂ ਨੂੰ ਗੰਢਣ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ ਅਤੇ ਨਤੀਜੇ ਵਸ ਦੰਪਤੀ ਸਮੱਸਿਆਵਾਂ ਨਿਤ ਦਿਨ ਵੱਧ ਰਹੀਆਂ ਹਨ। ਇਹ ਸਮੱਸਿਆਵਾਂ ਆਪਾ ਪੜਚੋਲ ਨਾਲ ਹੀ ਹੱਲ ਹੋ ਸਕਦੀਆਂ ਹਨ। ਆਵਾਜਾਈ ਅਤੇ ਸੰਚਾਰ ਦੇ ਸਾਧਨ ਸੌਖੇ ਅਤੇ ਤੇਜ਼ ਹੋ ਜਾਣ ਕਾਰਨ ਦੋਹਾਂ ਧਿਰਾਂ ਦੇ ਮਾਪਿਆਂ ਦਾ ਦਖਲ ਵੱਧ ਗਿਆ ਹੈ, ਜਿਹੜਾ ਕਿਸੇ ਸਮੱਸਿਆ ਨੂੰ ਸੁਲਝਣ ਨਹੀਂ ਦਿੰਦਾ। ਜੀਵਨ ਦੇ ਰੁਝੇਵੇਂ ਵੱਧ ਜਾਣ ਕਾਰਨ ਕਿਸੇ ਕੋਲ ਦੂਜਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਵਿਹਲ ਹੀ ਨਹੀਂ ਰਹੀ। ਸੋ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਵਿੱਚ ਆਪਣੀਆਂ ਅਜੋਕੀਆਂ ਅਤੇ ਭਵਿੱਖ ਦੀਆਂ ਸਮੱਸਿਆਵਾਂ ਆਪ ਸੁਲਝਾਉਣ ਦੀ ਯੋਗਤਾ ਪੈਦਾ ਕੀਤੀ ਜਾਵੇ। ਇਹ ਯੋਗਤਾ ਝਟਪਟ ਪੈਦਾ ਨਹੀਂ ਕੀਤੀ ਜਾ ਸਕਦੀ। ਜਿਵੇਂ ਆਪਣੇ ਖਾਜ ਠੀਕ ਢੰਗ ਨਾਲ ਅਸੀਂ ਆਪ ਹੀ ਕਰ ਸਕਦੇ ਹਾਂ, ਉਵੇਂ ਹੀ ਆਪਣੀਆਂ ਸਮੱਸਿਆਵਾਂ ਦੇ ਹੰਢਣਸਾਰ ਹੱਲ ਸਾਨੂੰ ਆਪ ਹੀ ਲੱਭਣੇ ਪੈਣਗੇ। ਜੀਵਨ ਇੱਕ ਸਮੁੰਦਰ ਵਾਂਗ ਹੈ। ਸਮੁੰਦਰ ਦਾ ਕੋਈ ਬਾਦਸ਼ਾਹ ਨਹੀਂ ਹੁੰਦਾ ਜਿਸ ਅੱਗੇ ਫਰਿਆਦ ਕੀਤੀ ਜਾ ਸਕੇ। ਜ਼ਿੰਦਗੀ ਦੇ ਬਾਦਸ਼ਾਹ ਅਸੀਂ ਆਪ ਹੀ ਬਣਨਾ ਹੈ। ਜੇ ਅਸੀਂ ਆਪਣੇ ਆਪ ਨੂੰ ਮੈਂ ਦੀ ਥਾਂ ਅਸੀਂ ਜਾਣ ਕੇ ਵਿਚਰੀਏ ਤਾਂ ਸਾਨੂੰ ਸਮੱਸਿਆਵਾਂ ਹੋਰ ਤਰ੍ਹਾਂ ਵਿਖਾਈ ਦੇਣਗੀਆਂ। ਭੁੱਲਣਾ ਨਹੀਂ ਚਾਹੀਦਾ ਕਿ ਬਦਲਾਂ ਤੋਂ ਬਿਨਾਂ ਸਤਰੰਗੀ ਪੀਂਘ ਨਹੀਂ ਬਣਦੀ। ਇਵੇਂ ਹੀ ਗੁੜ ਦੀ ਡਲੀ ਨਾਲ ਗਲਾਸ ਹੀ ਮਿੱਠਾ ਹੋਵੇਗਾ, ਟੋਭਾ ਨਹੀਂ। ਇਕੱਲਤਾ ਅਤੇ ਅਕੇਵੇਂ ਨੂੰ ਉਹੀ ਫਤਿਹ ਕਰ ਸਕਦੇ ਹਨ ਜਿਨ੍ਹਾਂ ਨੂੰ ਇਕਾਂਤ ਨਾਲ ਮੁਹੱਬਤ ਹੋਵੇ। ਬਤਖ ਤੈਰਦੀ ਹੋਈ ਹੀ ਚੰਗੀ ਲੱਗਦੀ ਹੈ, ਜਿਵੇਂ ਕਲਮ ਲਿਖਦੀ ਹੋਈ, ਝੀਲ ਭਰੀ ਹੋਈ ਅਤੇ ਜ਼ਿੰਦਗੀ ਵਗਦੀ ਹੋਈ। ਸਮੱਸਿਆਵਾਂ ਵੀ ਜ਼ਿੰਦਗੀ ਦੀ ਰੌਣਕ ਹੁੰਦੀਆਂ ਹਨ। ਇਹਨਾਂ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਜ਼ਿੰਦਗੀ ਦੇ ਬੁਲੰਦ ਦਰਵਾਜ਼ੇ ਦੀ ਦਹਲੀਜ਼ 'ਤੇ ਕਿਉਂ ਖਲੋਤੇ ਹੋ? ਲੰਘ ਆਓ, ਜ਼ਿੰਦਗੀ ਦਾ ਬੂਹਾ ਖੁੱਲ੍ਹਾ ਹੈ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਲੇਖ ਖਤਮ ਹੁੰਦਾ ਹੈ। ਕੱਲ੍ਹ ਮਿਲਦੇ ਹਾਂ ਇੱਕ ਹੋਰ ਲੇਖ ਦੇ ਨਾਲ। ਧੰਨਵਾਦ।